ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗਰੁੜ ਪੁਰਾਣ ਦੀ ਕਥਾ ਪੁਸਤਕ ਸ੍ਰੀ ਗਰੁੜ ਪੁਰਾਣ ਵਿੱਚ ਜਿਸ ਤਰ੍ਹਾਂ ਅਨੁਵਾਦਕ ਗਿਆਨੀ ਗੁਰਚਰਨ ਸਿੰਘ ਜੀ ਨੇ ਸਨਾਤਨ ਧਰਮ ਅਨੁਸਾਰ ਵਰਣਨ ਕੀਤਾ ਹੈ, ਅਸੀਂ ਉਸੇ ਤਰ੍ਹਾਂ ਜਿਉਂ ਦਾ ਤਿਉਂ ਆਪਣੇ ਸਰੋਤਿਆਂ ਨੂੰ ਸ਼ਰਵਣ ਕਰਵਾਉਣ ਦਾ ਯਤਨ ਕੀਤਾ ਹੈ। ਗੁਰਸਿੱਖਾਂ ਨੂੰ ਬੇਨਤੀ ਹੈ ਕਿ ਇਸ ਨੂੰ ਗੁਰਬਾਣੀ ਦੀ ਕਸਵੱਟੀ ਨਾਲ ਪਰਖ ਕੇ ਸਰਵਣ ਕਰਨ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ, ਸਾਜ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ। ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਰ ਸਿੱਖ ਨੂੰ ਪ੍ਰੇਰਿਤ ਕੀਤਾ ਹੈ ਕਿ ਦੂਸਰੇ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਵੀ ਕਰਨਾ ਹੈ, ਪਰ ਟੇਕ ਕੇਵਲ ਗੁਰਬਾਣੀ ਦੀ ਰੱਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੁੜ ਪੁਰਾਣ ਦਾ 6ਵਾਂ ਅਧਿਆਇ। ਗਰੁੜ ਜੀ ਪੁੱਛਦੇ ਹਨ ਕਿ ਹੇ ਸਰਬ ਸੰਸਾਰ ਦੇ ਆਧਾਰ ਭਗਵਾਨ, ਨਰਕ ਵਿੱਚੋਂ ਆਇਆ ਹੋਇਆ ਪ੍ਰਾਣੀ ਮਾਤਾ ਦੇ ਗਰਭ ਵਿੱਚ ਕਿਸ ਤਰ੍ਹਾਂ ਪੈਦਾ ਹੁੰਦਾ ਹੈ? ਇਸੇ ਤਰ੍ਹਾਂ ਗਰਭ ਆਦਿ ਦਾ ਜੋ ਦੁੱਖ ਉਹ ਪ੍ਰਾਣੀ ਭੋਗਦਾ ਹੈ, ਉਸ ਦਾ ਬ੍ਰਿਤਾਂਤ ਮੈਨੂੰ ਦੱਸਣ ਦੀ ਕਿਰਪਾ ਕਰੋ। ਗਰੁੜ ਜੀ ਦਾ ਇਹ ਪ੍ਰਸ਼ਨ ਸੁਣ ਕੇ ਸ੍ਰੀ ਵਿਸ਼ਨੂੰ ਭਗਵਾਨ ਜੀ ਕਹਿੰਦੇ ਹਨ ਕਿ ਇਸਤਰੀ ਤੇ ਪੁਰਸ਼ ਦੇ ਸੰਜੋਗ ਨਾਲ ਵੀਰਜ ਤੇ ਰਜ ਦੇ ਗਰਭ ਵਿੱਚ ਠਹਿਰ ਜਾਣ ਨਾਲ ਜਿਸ ਤਰ੍ਹਾਂ ਮਨੁੱਖ ਪੈਦਾ ਹੁੰਦਾ ਹੈ, ਇਸ ਦਾ ਵਰਣਨ ਅਸੀਂ ਤੈਨੂੰ ਸੁਣਾਉਂਦੇ ਹਾਂ। ਜਿਸ ਰਿਤੂ ਕਾਲ ਵਿੱਚ ਇਸਤਰੀ ਨੂੰ 3 ਦਿਨ ਤੱਕ ਇੰਦਰ ਦੀ ਬ੍ਰਹਮ ਹੱਤਿਆ ਰਹਿੰਦੀ ਹੈ, ਉਹਨਾਂ 3 ਦਿਨਾਂ ਵਿੱਚ ਪਾਪੀਆਂ ਦੀ ਦੇਹ ਪੈਦਾ ਹੁੰਦੀ ਹੈ। ਰਿਤੂ ਦਰਸ਼ਨ ਦੇ ਪਹਿਲੇ ਦਿਨ ਇਸਤਰੀ ਦੀ ਚੰਡਾਲਨੀ ਸੰਗਿਆ ਹੁੰਦੀ ਹੈ। ਇਹ ਹੀ ਨਰਕ ਤੋਂ ਆਏ ਹੋਏ ਦੀ ਮਾਤਾ ਹੁੰਦੀ ਹੈ। ਆਪਣੇ ਪਿਛਲੇ ਜਨਮ ਦੇ ਸੰਚਿਤ ਕਰਮਾਂ ਤੋਂ ਹੀ ਸਰੀਰ ਦੀ ਉਤਪਤੀ ਵਾਸਤੇ ਪ੍ਰਾਣੀ ਪੁਰਸ਼ ਦੇ ਵੀਰਜ ਕਣ ਦੇ ਆਧਾਰ ਪਰ ਇਸਤਰੀ ਦੇ ਗਰਭ ਵਿੱਚ ਪ੍ਰਵੇਸ਼ ਕਰਦਾ ਹੈ। ਵੀਰਜ ਦੇ ਜ਼ਿਆਦਾ ਹੋਣ ਨਾਲ ਪੁਰਸ਼ ਤੇ ਰਜ ਦੇ ਜ਼ਿਆਦਾ ਹੋਣ ਨਾਲ ਇਸਤਰੀ ਤੇ ਦੋਹਾਂ ਦੇ ਬਰਾਬਰ ਹੋਣ ਨਾਲ ਨਪੁੰਸਕ ਹੁੰਦਾ ਹੈ। ਵੀਰਜ ਤੇ ਰਜ ਦੇ ਵਿਭਾਗ ਨਾਲ ਹੀ 2 ਜਾਂ 3 ਸੰਤਾਨਾਂ ਵੀ ਹੋ ਜਾਂਦੀਆਂ ਹਨ। ਇੱਕ ਰਾਤ ਵਿੱਚ ਕਲਲ ਵਰਗਾ, 5ਵੀਂ ਰਾਤ ਵਿੱਚ ਬੁਲਬੁਲੇ ਵਾਂਗੂ ਗੋਲ, 10 ਦਿਨਾਂ ਵਿੱਚ ਬੇਰ ਵਰਗਾ, ਇਸ ਤੋਂ ਪਿੱਛੋਂ ਮਾਸਪੇਸ਼ੀ ਅਥਵਾ ਪੰਛੀ ਆਦਿ ਵਿੱਚ ਆਂਡੇ ਵਰਗਾ, 1 ਮਹੀਨੇ ਵਿੱਚ ਸਿਰ ਤੇ 2 ਮਹੀਨਿਆਂ ਵਿੱਚ ਬਾਹਾਂ ਆਦਿ ਅੰਗਾਂ ਵਾਲਾ ਬਣ ਜਾਂਦਾ ਹੈ। ਤੀਜੇ ਮਹੀਨੇ ਵਿੱਚ ਨਹੁੰ ਚਮੜੀ, ਵਾਲ ਤੇ ਲਿੰਗ ਆਦਿ ਦੇ ਛੇਕ ਹੁੰਦੇ ਹਨ। ਚੌਥੇ ਮਹੀਨੇ ਵਿੱਚ 7 ਧਾਤੂਆਂ ਤੇ 5ਵੇਂ ਮਹੀਨੇ ਭੁੱਖ ਤੇ ਪਿਆਸ ਉਤਪੰਨ ਹੁੰਦੀ ਹੈ। 6ਵੇਂ ਮਹੀਨੇ ਜਰਾਯੂ ਦੀ ਝਿੱਲੀ ਵਿੱਚ ਪਿਆ ਜੀਵ ਸੱਜੀ ਵੱਖੀ ਵਿੱਚ ਘੁੰਮਦਾ ਹੈ। ਮਾਤਾ ਦੇ ਖਾਧੇ ਹੋਏ ਅੰਨ ਨਾਲ ਵੱਧਦਾ ਹੋਇਆ ਉਹ ਜੀਵ ਵਿਸ਼ਟਾ ਤੇ ਮੂਤਰ ਨਾਲ ਦੁਰਗੰਧਤ ਉਸ ਟੋਏ ਵਿੱਚ ਸੌਂਦਾ ਹੈ, ਜਿਸ ਵਿੱਚ ਜੀਵਾਂ ਦੀ ਉਤਪਤੀ ਹੁੰਦੀ ਹੈ। ਉਸ ਗਰਭ ਵਿੱਚ ਰਹਿਣ ਵਾਲੇ ਭੁੱਖੇ ਕੀੜਿਆਂ ਦੇ ਕੱਟਣ ਨਾਲ ਉਸ ਦੇ ਸਰੀਰ ਵਿੱਚ ਜ਼ਖਮ ਹੋ ਜਾਂਦੇ ਹਨ। ਕੋਮਲ ਹੋਣ ਕਰਕੇ ਉਹ ਬਹੁਤ ਦੁੱਖ ਪਾਉਂਦਾ ਹੈ ਤੇ ਬੇਸੁਰਤ ਹੋ ਜਾਂਦਾ ਹੈ। ਮਾਤਾ ਦੇ ਖਾਧੇ ਹੋਏ ਕੌੜੇ, ਤੇਜ਼ ਗਰਮ, ਨਮਕੀਨ, ਰੁੱਖੇ ਤੇ ਖੱਟੇ ਆਦਿ ਦੁਖਦਾਈ ਪਦਾਰਥਾਂ ਦੇ ਸਪਰਸ਼ ਨਾਲ ਉਸ ਦੇ ਸਰੀਰ ਵਿੱਚ ਕਸ਼ਟ ਹੁੰਦਾ ਹੈ। ਉੱਥੇ ਉਹ ਜਰਾਯੂ ਵਿੱਚ ਪਿਆ ਹੋਇਆ ਤੇ ਬਾਹਰਲੀਆਂ ਆਂਤੜੀਆਂ ਵਿੱਚ ਘਿਰਿਆ ਹੋਇਆ ਕੁੱਖ ਵਿੱਚ ਹੇਠਾਂ ਨੂੰ ਸਿਰ ਕਰਕੇ ਤੇ ਪਿੱਠ ਵੱਲ ਗਰਦਨ ਝੁਕਾਈ ਪਿੰਜਰੇ ਵਿੱਚ ਫਸੇ ਹੋਏ ਪੰਛੀ ਵਾਂਗੂ ਆਪਣੇ ਅੰਗਾਂ ਨੂੰ ਹਿਲਾਣ ਝੁਲਾਉਣ ਦੀ ਸਮਰੱਥਾ ਨਹੀਂ ਰੱਖਦਾ। ਉੱਥੇ ਭਾਗਵਸ ਉਸ ਨੂੰ ਸੈਂਕੜੇ ਪੂਰਬਲੇ ਜਨਮਾਂ ਦੇ ਕਰਮਾਂ ਦੀ ਯਾਦ ਆਉਂਦੀ ਹੈ। ਤਦੋਂ ਉਹ ਲੰਮੇ ਸਾਹ ਲੈਂਦਾ ਹੈ, ਅਤੀ ਦੁਖੀ ਹੁੰਦਾ ਹੈ ਤੇ ਕਿਸੇ ਤਰ੍ਹਾਂ ਵੀ ਉਸ ਨੂੰ ਸੁੱਖ ਨਹੀਂ ਮਿਲਦਾ। 7 ਧਾਤੂ ਰੂਪ ਬੰਧਨ ਵਿੱਚ ਬੱਝਾ ਹੋਇਆ ਉਹ ਆਤਮਦਰਸ਼ੀ ਜੀਵ ਭੈ-ਭੀਤ ਹੋਇਆ ਹੱਥ ਜੋੜ ਕੇ ਬੜੀ ਵਿਆਕੁਲਤਾ ਨਾਲ ਪ੍ਰਭੂ ਦੀ ਉਸਤਤੀ ਕਰਦਾ ਹੈ, ਜਿਸ ਨੇ ਉਸ ਨੂੰ ਮਾਤਾ ਦੇ ਗਰਭ ਵਿੱਚ ਠਹਿਰਾਇਆ ਹੈ। 7ਵੇਂ ਮਹੀਨੇ ਦੇ ਆਰੰਭ ਹੁੰਦਿਆਂ ਗਿਆਨ ਪ੍ਰਾਪਤ ਕਰਕੇ ਹੀ ਉਹ ਪ੍ਰਾਣੀ ਪ੍ਰਸੂਤ ਵਾਯੂ ਨਾਲ ਇੱਕ ਜਗ੍ਹਾ ਨਹੀਂ ਠਹਿਰ ਸਕਦਾ, ਜਿਵੇਂ ਪੇਟ ਵਿੱਚ ਵਿਸ਼ਟਾ ਦਾ ਕੀੜਾ ਇੱਕ ਜਗ੍ਹਾ ਨਹੀਂ ਠਹਿਰਦਾ।
ਉਹ ਜੀਵ ਕਹਿੰਦਾ ਹੈ ਕਿ ਮੈਂ ਭਗਵਾਨ ਦੀ ਸ਼ਰਨ ਵਿੱਚ ਆਇਆ ਹਾਂ। ਹੇ ਪ੍ਰਭੂ, ਤੁਹਾਡੀ ਮਾਇਆ ਨਾਲ ਮੋਹਿਤ ਹੋ ਕੇ ਮੈਂ ਇਸ ਸਰੀਰ ਵਿੱਚ ਇਸਤਰੀ ਪੁੱਤਰਾਂ ਵਿੱਚ ਪੈਦਾ ਹੋਇਆ ਹਾਂ। ਜਿਨ੍ਹਾਂ ਸੰਬੰਧੀਆਂ ਲਈ ਮੈਂ ਮੰਦੇ ਚੰਗੇ ਕਰਮ ਕੀਤੇ ਸਨ, ਉਹਨਾਂ ਦੇ ਪ੍ਰਭਾਵ ਕਰਕੇ ਮੈਂ ਇਕੱਲਾ ਹੀ ਸੜ ਰਿਹਾ ਹਾਂ। ਉਹ ਫਲ ਭੋਗਣ ਵਾਲੇ ਤਾਂ ਚਲੇ ਗਏ। ਜੇ ਮੈਂ ਇਸ ਜੂਨ ਵਿੱਚੋਂ ਛੁੱਟ ਜਾਵਾਂ ਤਾਂ ਸਦਾ ਆਪ ਦੇ ਨਾਮ ਦਾ ਸਿਮਰਨ ਕਰਾਂਗਾ ਤੇ ਫਿਰ ਮੁਕਤ ਹੋ ਜਾਣ ਦਾ ਸਾਧਨ ਕਰਾਂਗਾ। ਵਿਸ਼ਟਾ ਤੇ ਮੂਤਰ ਦੇ ਕੁੰਡ ਵਿੱਚ ਪਿਆ ਤੇ ਜਠਰਾਗਨ ਵਿੱਚ ਸੜਦਾ ਮੈਂ ਇੱਥੋਂ ਨਿਕਲਣਾ ਚਾਹੁੰਦਾ ਹਾਂ। ਇਸ ਲਈ ਹੇ ਪ੍ਰਭੂ, ਇਸ ਅੰਧਘੋਰ ਵਿੱਚੋਂ ਮੈਨੂੰ ਕਦੋਂ ਬਾਹਰ ਕੱਢੋਗੇ? ਜਿਸ ਦੀਨ ਦਿਆਲ ਭਗਵਾਨ ਨੇ ਮੈਨੂੰ ਇਹ ਗਿਆਨ ਦਿੱਤਾ ਹੈ, ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਜਾਂਦਾ ਹਾਂ। ਫਿਰ ਇਸ ਸੰਸਾਰ ਵਿੱਚ ਮੇਰਾ ਆਵਾਗਮਨ ਨਾ ਹੋਵੇ। ਮੈਂ ਗਰਭ ਦੇ ਬਾਹਰ ਕਦੀ ਵੀ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉੱਥੇ ਜਾਣ 'ਤੇ ਪਾਪ ਕਰਮਾਂ ਨਾਲ ਮੇਰੀ ਦੁਰਗਤੀ ਹੋ ਜਾਵੇਗੀ। ਇਸ ਲਈ ਇਸ ਦੁੱਖ ਵਿੱਚ ਪਿਆ ਹੋਇਆ ਵੀ ਮੈਂ ਕਲੇਸ਼ ਰਹਿਤ ਹਾਂ। ਆਪ ਦੇ ਚਰਨਾਂ ਦਾ ਆਸਰਾ ਲੈ ਕੇ ਮੈਂ ਇਸ ਸੰਸਾਰ ਤੋਂ ਆਪਣਾ ਉਦਾਰ ਕਰਾਂਗਾ। ਸ੍ਰੀ ਭਗਵਾਨ ਜੀ ਕਹਿੰਦੇ ਹਨ ਕਿ ਹੇ ਗਰੁੜ, ਇਸ ਤਰ੍ਹਾਂ ਦੀ ਬੁੱਧੀ ਵਾਲਾ 10 ਮਹੀਨੇ ਦਾ ਜੀਵ ਗਰਭ ਵਿੱਚ ਪ੍ਰਭੂ ਦੀ ਉਸਤਤੀ ਕਰਦਾ ਹੈ ਤੇ ਹੇਠਾਂ ਨੂੰ ਮੂੰਹ ਕਰਕੇ ਪ੍ਰਸੂਤ ਦੀ ਵਾਯੂ ਨਾਲ ਪੈਦਾ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਵਾਯੂ ਨਾਲ ਅਚਾਨਕ ਸੁੱਟਿਆ ਗਿਆ ਉਹ ਦੁਖੀ ਪ੍ਰਾਣੀ ਹੇਠਾਂ ਨੂੰ ਸਿਰ ਕਰਕੇ ਬੜੀ ਕਠਿਨਤਾ ਨਾਲ ਬਾਹਰ ਨਿਕਲਦਾ ਹੈ, ਜਿਸ ਨਾਲ ਸਾਹ ਲੈਣਾ ਵੀ ਭੁੱਲ ਜਾਂਦਾ ਹੈ ਤੇ ਯਾਦ ਵੀ ਨਾਸ ਹੋ ਜਾਂਦੀ ਹੈ। ਪ੍ਰਿਥਵੀ ਤੇ ਪਿਆ ਹੋਇਆ ਉਹ ਵਿਸ਼ਟਾ ਤੇ ਮੂਤਰ ਵਿੱਚ ਵਿਸ਼ਟਾ ਦੇ ਕੀੜੇ ਵਾਂਗੂ ਚੇਸ਼ਟਾ ਕਰਦਾ ਹੈ। ਉਲਟੀ ਗਤੀ ਹੋ ਜਾਣ ਕਰਕੇ ਉਹ ਪਹਿਲਾ ਗਿਆਨ ਭੁੱਲ ਜਾਣ ਤੇ ਰੋਂਦਾ ਹੈ। ਗਰਭ ਵਿੱਚ, ਰੋਗ ਵਿੱਚ, ਮਸਾਣਾ ਵਿੱਚ ਤੇ ਪੁਰਾਣਾਂ ਦੇ ਸੁਣਨ ਸਮੇਂ ਜੋ ਬੁੱਧੀ ਹੁੰਦੀ ਹੈ, ਜੇ ਉਹ ਬੁੱਧੀ ਕਾਇਮ ਰਹੇ ਤਾਂ ਇਸ ਸੰਸਾਰ ਦੇ ਬੰਧਨਾਂ ਤੋਂ ਕਿਹੜਾ ਜੀਵ ਨਹੀਂ ਛੁੱਟ ਸਕਦਾ। ਕਰਮ ਯੋਗ ਤੇ ਪਿੱਛੋਂ ਜੀਵ ਜਦੋਂ ਗਰਭ ਤੋਂ ਬਾਹਰ ਆ ਜਾਂਦਾ ਹੈ, ਤਦੋਂ ਵਿਸ਼ਨੂੰ ਦੀ ਮਾਇਆ ਉਸ ਨੂੰ ਮੋਹਿਤ ਕਰ ਲੈਂਦੀ ਹੈ। ਤਦ ਜੀਵ ਮਾਇਆ ਨਾਲ ਮੋਹਿਤ ਹੋਇਆ ਕੁਝ ਬੋਲ ਨਹੀਂ ਸਕਦਾ, ਪਰ ਅਧੀਨਤਾ ਕਰਕੇ ਉਹ ਬਚਪਨ ਦੇ ਦੁੱਖਾਂ ਨੂੰ ਭੋਗਦਾ ਹੈ। ਅਣਜਾਣ ਹੋਣ ਕਰਕੇ ਉਹ ਆਪਣਾ ਦੁੱਖ ਕਿਸੇ ਨੂੰ ਦੱਸ ਨਹੀਂ ਸਕਦਾ। ਖਟਮਲ, ਜੂੰ ਆਦਿ ਜੀਵਾਂ ਤੋਂ ਦੁਖੀ ਹੋਇਆ ਉਹ ਬੱਚਾ ਮੰਜੀ ਤੇ ਪਿਆ ਹੋਇਆ ਉੱਥੋਂ ਉੱਠਣ ਦੀ ਹਿੰਮਤ ਨਹੀਂ ਰੱਖਦਾ। ਜਿਸ ਤਰ੍ਹਾਂ ਕੀੜਾ ਕੀੜੇ ਨੂੰ ਕੱਟਦਾ ਹੈ, ਉਸੇ ਤਰ੍ਹਾਂ ਮੱਛਰ ਤੇ ਖਟਮਲ ਆਦਿ ਜੀਵ ਉਸ ਦੀ ਕੋਮਲ ਚਮੜੀ ਨੂੰ ਕੱਟਦੇ ਹਨ। ਤਦ ਗਿਆਨਹੀਨ ਹੋਣ ਕਰਕੇ ਉਹ ਰੋਂਦਾ ਹੈ। ਇਸ ਤਰ੍ਹਾਂ ਬਾਲ ਅਵਸਥਾ ਦੇ ਦੁੱਖਾਂ ਨੂੰ ਭੋਗ ਕੇ ਫਿਰ ਕਿਸ਼ੋਰ ਅਵਸਥਾ ਦੇ ਦੁੱਖਾਂ ਨੂੰ ਭੋਗਦਾ ਹੈ। ਇਸ ਤੋਂ ਪਿੱਛੋਂ ਜਵਾਨੀ ਵਿੱਚ ਆਸੁਰੀ ਸੰਪਦਾ ਭਾਵ ਦੰਪ ਦਰਬ ਅਭਿਮਾਨ ਆਦਿ ਵਿੱਚ ਪੈਂਦਾ ਹੈ। ਫਿਰ ਖੋਟੇ ਕਰਮਾਂ ਵਿੱਚ ਫਸ ਕੇ ਉਹ ਬੁਰੇ ਆਦਮੀਆਂ ਦੀ ਸੰਗਤ ਕਰਦਾ ਹੈ ਤੇ ਤਦੋਂ ਉਹ ਮਹਾਕਾਮੀ ਤੇ ਲੰਪਟ ਸ਼ਾਸਤਰ ਤੇ ਸੱਜਣ ਪੁਰਸ਼ਾਂ ਨਾਲ ਵੈਰ ਕਰਦਾ ਹੈ। ਦੇਵ ਮਾਇਆ ਰੂਪੀ ਇਸਤਰੀ ਨੂੰ ਵੇਖ ਕੇ ਉਹ ਇੰਦਰੀਆਂ ਦੇ ਵਸ ਹੋ ਕੇ ਉਸ ਦੇ ਹਾਵ ਭਾਵ ਤੋਂ ਪ੍ਰੇਰਿਤ ਹੋ ਕੇ ਅੰਨੇ ਟੋਏ ਵਿੱਚ ਡਿੱਗਦਾ ਹੈ, ਜਿਸ ਤਰ੍ਹਾਂ ਪਤੰਗਾ ਸ਼ਮਾ ਤੇ ਸੜ ਜਾਂਦਾ ਹੈ। ਹਰਨ, ਹਾਥੀ, ਪਤੰਗਾ, ਭੌਰਾ ਤੇ ਮੱਛੀ ਇਹ ਪੰਜੇ ਇੱਕ ਇੰਦਰੀ ਦੇ ਵਿਸ਼ੇ ਵਿੱਚ ਫਸ ਕੇ ਆਪਣੇ ਪ੍ਰਾਣ ਗੁਆ ਲੈਂਦੇ ਹਨ। ਪਰ ਇਹ ਪ੍ਰਮਾਦੀ ਜੋ ਪੰਜਾਂ ਇੰਦਰੀਆਂ ਦੇ ਵਿਸ਼ਿਆਂ ਨੂੰ ਸੇਵਨ ਕਰਦਾ ਹੈ, ਕਿਸ ਤਰ੍ਹਾਂ ਬਚ ਸਕਦਾ ਹੈ? ਮਨ ਇੱਛਤ ਵਸਤੂ ਦੇ ਨਾ ਮਿਲਣ ਤੇ ਅਗਿਆਨ ਨਾਲ ਕ੍ਰੋਧ ਵੱਧ ਜਾਂਦਾ ਹੈ ਤੇ ਦੇਹ ਨਾਲ ਵਧੇ ਹੋਏ ਸ਼ੋਕ ਅਭਿਮਾਨ ਤੇ ਕ੍ਰੋਧ ਨਾਲ ਕਾਮੀ ਆਪਣੇ ਨਾਸ ਲਈ ਕਾਮੀਆਂ ਨਾਲ ਲੜਾਈ ਕਰਦਾ ਹੈ ਤੇ ਆਪਣੇ ਤੋਂ ਡਾਢੇ ਪੁਰਸ਼ਾਂ ਹੱਥੋਂ ਉਹ ਮਾਰਿਆ ਜਾਂਦਾ ਹੈ। ਜਿਵੇਂ ਹਾਥੀ ਦੂਜੇ ਹਾਥੀਆਂ ਹੱਥੋਂ ਮਾਰਿਆ ਜਾਂਦਾ ਹੈ, ਇਸ ਤਰ੍ਹਾਂ ਉਹ ਮੂਰਖ ਪ੍ਰਾਣੀ ਵਿਸ਼ਿਆਂ ਵਿੱਚ ਫਸ ਕੇ ਇਸ ਅਤਿਅੰਤ ਦੁਰਲਭ ਮਨੁੱਖ ਦੇਹ ਨੂੰ ਵਿਅਰਥ ਹੀ ਗੁਆ ਦਿੰਦਾ ਹੈ। ਇਸ ਤੋਂ ਵੱਧ ਕਿ ਹੋਰ ਕੌਣ ਪਾਪੀ ਹੋਵੇਗਾ? ਪਸ਼ੂ ਆਦਿਕ ਅਨੇਕ ਜੂਨੀ ਵਿੱਚ ਪ੍ਰਿਥਵੀ ਪਰ ਮਨੁੱਖ ਦਾ ਜਨਮ ਮਿਲਣਾ ਬੜਾ ਦੁਰਲਭ ਹੈ। ਮਨੁੱਖਾਂ ਵਿੱਚੋਂ ਵੀ ਬ੍ਰਾਹਮਣ ਹੋਣਾ ਬੜਾ ਉੱਤਮ ਹੈ, ਪਰ ਬ੍ਰਾਹਮਣ ਸਰੀਰ ਨੂੰ ਪ੍ਰਾਪਤ ਕਰਕੇ ਵੀ ਜਿਹੜਾ ਬ੍ਰਾਹਮਣ ਯਮ ਨਿਯਮ, ਧਿਆਨ, ਧਾਰਨਾ ਆਦਿ
ਧਰਮਾਂ ਦਾ ਪਾਲਨ ਨਹੀਂ ਕਰਦਾ ਤੇ ਇੰਦਰੀਆਂ ਦਾ ਸੇਵਨ ਕਰਦਾ ਹੈ, ਉਸ ਨੇ ਮਾਨੋ ਹੱਥ ਵਿੱਚ ਆਏ ਹੋਏ ਅੰਮ੍ਰਿਤ ਨੂੰ ਆਲਸ ਵਸ ਹੋ ਕੇ ਗੁਆ ਦਿੱਤਾ ਹੈ। ਜਵਾਨੀ ਤੋਂ ਬਾਅਦ ਬੁਢਾਪਾ ਆ ਜਾਂਦਾ ਹੈ। ਫਿਰ ਬੜੀਆਂ ਭਿਆਨਕ ਬਿਮਾਰੀਆਂ ਵਿੱਚ ਘਿਰ ਕੇ ਮਨੁੱਖ ਮਰ ਜਾਂਦਾ ਹੈ ਤੇ ਪਹਿਲੇ ਵਾਂਗੂ ਅਤਿਅੰਤ ਦੁਖਦਾਈ ਨਰਕ ਨੂੰ ਜਾਂਦਾ ਹੈ। ਇਸ ਤਰ੍ਹਾਂ ਆਵਾਗਮਨ ਰੂਪ ਕਰਮ ਬੰਧਨਾਂ ਨਾਲ ਬੱਝੇ ਹੋਏ ਪਾਪੀ ਮਾਇਆ ਵਿੱਚ ਖਚਿਤ ਹੋ ਕੇ ਕਦੇ ਵੀ ਵੈਰਾਗ ਧਾਰਨ ਨਹੀਂ ਕਰਦੇ। ਹੇ ਗਰੁੜ, ਇਸ ਤਰ੍ਹਾਂ ਉੱਤਮ ਕਰਮਾਂ ਤੋਂ ਹੀਨ ਪਾਪੀਆਂ ਦੀ ਨਰਕੀ ਦਸ਼ਾ ਅਸਾਂ ਤੈਨੂੰ ਸੁਣਾਈ ਹੈ। ਹੁਣ ਤੂੰ ਹੋਰ ਕੀ ਸੁਣਨਾ ਚਾਹੁੰਦਾ ਹੈ? ਗਰੁੜ ਪੁਰਾਣ ਦਾ 6ਵਾਂ ਅਧਿਆਇ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।